ਵਾਹਿਗੁਰੂ। ਆਨੰਦ 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 ਗੁਣ ਨਿਧਾਨ ਗੁਣ ਨਿਧਾਨ। ਗੁਰੂ ਗਰੀਬ ਨਿਵਾਜ ਗਰੀਬ ਨਿਵਾਜ। ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਵਾਹਿਗੁਰੂ। ਨਿਓਟਿਆਂ ਦੀ ਓਟ ਸਤਿਗੁਰੂ, ਨੇ ਆਸਰਿਆਂ ਦਾ ਆਸਰਾ ਆਸਰਾ, ਨੇ ਆਸਰਿਆਂ ਦਾ ਆਸਰਾ ਵਾਹਿਗੁਰੂ। ਨਿਗਤਿਆਂ ਦੀ ਗਤ ਸਤਿਗੁਰੂ, ਨਿਪਤਿਆਂ ਦੀ ਪਤ ਨਿਪਤਿਆਂ ਦੀ ਪਤ ਵਾਹਿਗੁਰੂ। ਪਤ ਵਾਹਿਗੁਰੂ ਪਤ ਵਾਹਿਗੁਰੂ। ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਸਮਰਥ। ਢੋਲਨ ਤੇ ਰਾਗੋ 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 ਪ੍ਰਭੂ ਰਾਗੋ ਪ੍ਰਭੂ। ਡੋਲਨ ਤੇ ਰਾਗੋ ਪ੍ਰਭੂ, हे प्रभु रागो 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 प्रभु। डोलन ते रागो प्रभु, नानक दे कर हथ वाहिगुरु वाहिगुरु वाहिगुरु। राग राम कली महला तीजा। आनंद एक ओंकार सतगुर प्रसाद। आनंद आनंद सब को कहे, आनंद गुरु ते जानिया। 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 आनंद आनंद सब को कहे। आनंद आनंद सब को कहे। आनंद गुरु ते जानिया। आनंद गुरु ते जानिया। आनंद गुरु ते जानिया। आनंद गुरु ते जानिया। जानिया आनंद सदा गुर ते। जानिया आनंद सदा गुर ते। कृपा कर प्यारिया। जानिया आनंद सदा गुर ते। कृपा कर प्यारिया। कृपा कर प्यारिया।
ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ। ਕਰ ਕਿਰਪਾ ਕਿਲ ਵਿਖ ਕਾਟੇ, ਕਰ ਕਿਰਪਾ ਕਿਲ ਵਿਖ ਕਾਟੇ, ਗਿਆਨ ਅਰਜਨ ਸਾਰਿਆ। ਕਰ ਕਿਰਪਾ ਕਿਲ ਵਿਖ ਕਾਟੇ, ਗਿਆਨ ਅਰਜਨ ਸਾਰਿਆ, ਗਿਆਨ ਅੰਜਨ ਸਾਰਿਆ। ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਆਨੰਦ ਸਭ ਕੋ ਕਹੈ। ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ। ਅੰਦਰੋਂ ਜਿਨ ਕਾ ਮੋਹ ਟੂਟਾ, ਅੰਦਰੋਂ ਜਿਨ ਕਾ ਮੋਹ ਟੂਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਅੰਦਰੋਂ ਜਿਨ ਕਾ ਮੋਹ ਟੂਟਾ, ਅੰਦਰੋਂ ਜਿਨ ਕਾ ਮੋਹ ਟੂਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ। ਕਹੈ ਨਾਨਕ ਇਹ ਆਨੰਦ ਹੈ, ਕਹੈ ਨਾਨਕ ਇਹੋ ਆਨੰਦ ਹੈ। ਆਨੰਦ ਗੁਰ ਤੇ ਜਾਣਿਆ, ਆਨੰਦ ਗੁਰ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਆਨੰਦ ਸਭ ਕੋ ਕਹੈ। ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣੇ। ਇਹ ਆਨੰਦ ਜਿਹੜੀ ਅਵਸਥਾ ਹੈ ਨਾ, ਇਹ ਬੜੀ ਐਸੀ ਅਵਸਥਾ ਹੈ ਕਿ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਹਨੂੰ ਮਾਣਿਆ ਜਾ ਸਕਦਾ ਹੈ, ਐਕਸਪੀਰੀਅੰਸ ਕੀਤਾ ਜਾ ਸਕਦਾ ਹੈ, ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ। ਐਸੀ ਖੁਸ਼ੀ ਜੋ ਨਾਪੀ ਨਾ ਜਾ ਸਕੇ, ਐਸਾ ਸਵਾਦ ਜਿਹਦੇ ਬਾਰੇ ਕੋਈ ਦੱਸਿਆ ਨਾ ਜਾ ਸਕੇ, ਉਹ ਆਨੰਦ ਹੈ। ਤੇ ਅਸੀਂ ਅੱਖਰ ਬੜੀ ਥਾਂ ਤੇ ਵਰਤ ਲੈਂਦੇ ਆ। ਕੋਈ ਛੋਟੀ ਮੋਟੀ ਖੁਸ਼ੀਆਂ ਹੁੰਦੀਆਂ, ਅਸੀਂ ਕਹਿ ਦਿੰਦੇ ਆ ਜੀ ਬਹੁਤ ਆਨੰਦ ਆ ਗਿਆ। ਰੋਟੀ ਬੜੀ ਸਵਾਦ ਲੱਗੀ ਹੋਵੇ, ਕਹਿੰਦੇ ਜੀ ਬੜਾ ਆਨੰਦ ਆ ਗਿਆ। ਕੋਈ ਸੰਗੀਤ ਕਿਤੇ ਸੁਣਨ ਗਏ ਹੋਵੋ, ਉਹ ਸਵਾਦ ਚੰਗਾ ਲੱਗਾ ਹੋਵੇ, ਕਹਿੰਦੇ ਜੀ ਬੜਾ ਆਨੰਦ ਆ ਗਿਆ।
ਪਰ ਆਨੰਦ ਜਿਹੜਾ ਹੈ ਉਹ ਇਸ ਤੋਂ ਉਤਲੀ ਖੇਡ ਹੈ। ਤੇ ਗੁਰੂ ਅਮਰਦਾਸ ਮਹਾਰਾਜ ਇਸੇ ਗੱਲ ਨੂੰ ਸਮਝਾਉਂਦੇ ਨੇ ਕਿ ਆਨੰਦ ਆਨੰਦ ਸਭ ਕੋ ਕਹੇ। ਹਰ ਕੋਈ ਕਹੀ ਜਾਂਦਾ ਜੀ ਆਨੰਦ ਆ ਗਿਆ, ਪਰ ਅਸਲੀ ਆਨੰਦ ਕੀ ਹੈ ਇਹ ਉਦੋਂ ਪਤਾ ਲੱਗਾ ਜਦੋਂ ਗੁਰੂ ਦੇ ਕੋਲ ਆਏ ਤੇ ਗੁਰੂ ਨੂੰ ਮਿਲੇ। ਜੋ ਗੁਰੂ ਤੋਂ ਮਿਲਿਆ ਉਹ ਅਸਲੀ ਆਨੰਦ ਸੀ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਜਦੋਂ ਉਹ ਪਿਆਰਾ ਕਿਰਪਾ ਕਰ ਦਿੰਦਾ ਹੈ ਨਾ, ਉਦੋਂ ਫਿਰ ਗੁਰੂ ਦੇ ਕੋਲੋਂ ਐਸੀ ਬਖਸ਼ਿਸ਼, ਐਸੀ ਮਿਹਰ ਮਿਲਦੀ ਹੈ ਕਿ ਆਨੰਦ ਆਉਂਦਾ ਹੈ। ਉਹ ਅਸਲੀ ਆਨੰਦ ਹੈ। ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ। ਜਦੋਂ ਫਿਰ ਕਿਰਪਾ ਹੁੰਦੀ ਹੈ ਨਾ ਤੇ ਪਾਪ ਕੱਟੇ ਜਾਂਦੇ ਨੇ ਤੇ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪੈ ਜਾਂਦਾ। ਗਿਆਨ ਦਾ ਸੁਰਮਾ ਮਤਲਬ ਹੁਣ ਜਿਹੜੀਆਂ ਅੱਖਾਂ, ਗਿਆਨ ਦੀਆਂ ਅੱਖਾਂ ਜਿਹੜੀਆਂ ਨੇ, ਇਹ ਅੱਖਾਂ ਜਿਹੜੀਆਂ ਜਿਹਦੇ ਨਾਲ ਅਸੀਂ ਦੁਨੀਆ ਵੇਖਦੇ ਹਾਂ ਉਹ ਅੱਖਾਂ ਨਹੀਂ ਹਨ। ਸੇ ਅਖੜੀਆਂ ਬਿਆਨ ਜਿੰਨੀ ਦਸੰਦੋ ਮਾਂ ਪੇਰੀ। ਜਿਨ੍ਹਾਂ ਅੱਖਾਂ ਦੇ ਨਾਲ ਉਹ ਪ੍ਰੀਤਮ ਨਜ਼ਰ ਆਉਂਦਾ ਹੈ, ਉਹ ਵਾਹਿਗੁਰੂ ਨਜ਼ਰ ਆਉਂਦਾ, ਉਹ ਅੱਖਾਂ ਹੀ ਹੋਰ ਨੇ। ਉਹ ਅੱਖਾਂ ਦੇ ਵਿੱਚ ਮੇਰਾ ਸਤਿਗੁਰੂ ਗਿਆਨ ਦਾ ਸੁਰਮਾ ਪਾ ਦਿੰਦਾ ਹੈ। ਗਿਆਨ ਦਾ ਸੁਰਮਾ ਮਤਲਬ ਦਵਾਈ, ਜਾਂ ਉਹਦੇ ਨਾਲ ਨਜ਼ਰ ਤੇਜ਼ ਹੋ ਜਾਂਦੀ ਹੈ। ਉਹ ਜਿਹੜੀਆਂ ਅੱਖਾਂ ਮੱਧਮ ਹੋ ਚੁੱਕੀਆਂ ਸਨ, ਜਿਨ੍ਹਾਂ ਦੀ ਲਾਈਟ ਜਿਹੜੀ ਖਤਮ ਹੋ ਚੁੱਕੀ ਸੀ, ਆਲਮੋਸਟ ਬਲਾਈਂਡ ਹੋ ਚੁੱਕੇ ਸਾਂ ਮਨ ਦੀਆਂ ਅੱਖਾਂ ਤੋਂ, ਜਦੋਂ ਗੁਰੂ ਮਹਾਰਾਜ ਕਿਰਪਾ ਕਰਦੇ ਨੇ, ਉਹਦੇ 'ਚ ਗਿਆਨ ਦਾ ਸੁਰਮਾ ਪਾਉਂਦੇ ਨੇ, ਮੁੜ ਕੇ ਤੰਦਰੁਸਤ ਹੋ ਜਾਂਦੀਆਂ ਨੇ। ਉਹ ਅੱਖਾਂ ਜਿਨ੍ਹਾਂ ਨਾਲ ਵਾਹਿਗੁਰੂ ਦੇ ਦਰਸ਼ਨ ਹੋਣੇ ਨੇ, ਉਹ ਅੱਖਾਂ ਤੰਦਰੁਸਤ ਹੋ ਜਾਂਦੀਆਂ ਨੇ, ਉਹ ਅੱਖਾਂ ਠੀਕ ਹੋ ਜਾਂਦੀਆਂ ਨੇ। ਇਹ ਗਿਆਨ ਦਾ ਸੁਰਮਾ। ਦੇਖੋ, ਅਗਿਆਨਤਾ ਦਾ ਹੁੰਦਾ ਹਨੇਰਾ, ਐਨਾਲੋਜੀ ਹੈ ਨਾ। ਡਾਰਕਨੈਸ ਸਿੰਬਲ ਹੈਗਾ ਮਿਸਅੰਡਰਸਟੈਂਡਿੰਗ ਦਾ, ਤੇ ਬ੍ਰਾਈਟਨੈਸ ਜਿਹੜੀ ਹੈ, ਲਾਈਟ ਜਿਹੜੀ ਹੈ, ਉਹ ਸਿੰਬਲ ਹੈਗਾ ਨੌਲੇਜ ਦਾ, ਵਿਜ਼ਡਮ ਦਾ। ਇੱਥੇ ਵੀ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਤੇ ਅੰਧਕਾਰ ਜਿਹੜਾ ਹੈ ਉਹ ਅਗਿਆਨਤਾ ਦਾ ਹੁੰਦਾ ਹੈ। ਤੋ ਭਾਵੇਂ ਇੱਥੇ ਐਨਾਲੋਜੀ ਅੱਖਾਂ ਦੀ ਤੇ ਸੁਰਮੇ ਦੀ ਵਰਤੀ ਹੈ ਮਹਾਰਾਜ ਨੇ, ਪਰ ਇਹਦੇ ਪਿੱਛੇ ਜੋ ਭਾਵ ਹੈ ਉਹ ਇਹ ਹੈ ਕਿ ਅਗਿਆਨਤਾ ਦਾ ਹਨੇਰਾ ਜਿਹਦੇ 'ਚ ਕੁਝ ਨਜ਼ਰ ਨਹੀਂ ਸੀ ਆਉਂਦਾ, ਉਹ ਮੇਰੇ ਗੁਰੂ ਨੇ ਦੂਰ ਕਰ ਦਿੱਤਾ ਜਦੋਂ ਕਿਰਪਾ ਕਰਕੇ ਉਹਨੇ ਗਿਆਨ ਦਾ ਸੁਰਮਾ ਇਹਨਾਂ ਅੱਖਾਂ 'ਚ ਪਾ ਦਿੱਤਾ। ਗਿਆਨ ਦੀਆਂ ਅੱਖਾਂ ਦੇ ਦਿੱਤੀਆਂ, ਗਿਆਨ ਦੀ ਰੋਸ਼ਨੀ ਦੇ ਦਿੱਤੀ ਤੇ ਅੱਖਾਂ ਵਿੱਚ ਫਿਰ ਉਹ ਰੋਸ਼ਨੀ ਆ ਗਈ, ਫਿਰ ਨਜ਼ਰ ਆਉਣ ਲੱਗ ਪਿਆ, ਫਿਰ ਵਾਹਿਗੁਰੂ ਹਾਜ਼ਰ ਨਾਜ਼ਰ ਦਿਸਣ ਲੱਗ ਪਿਆ, ਫਿਰ ਹਰ ਇੱਕ ਦੇ ਵਿੱਚ ਵਾਹਿਗੁਰੂ ਨਜ਼ਰ ਆਉਣ ਲੱਗ ਪਿਆ। ਕਰ ਕਿਰਪਾ ਕਿਲਵੇਖ ਕੱਟੇ, ਪਾਪ ਕੱਟੇ ਗਏ ਤੇ ਗਿਆਨ ਪ੍ਰਾਪਤ ਹੋਇਆ। ਗਿਆਨ ਦੀ ਰੋਸ਼ਨੀ ਦੇ ਨਾਲ ਸਭ ਕੁਝ ਦਿਖਾਈ ਦੇਣ ਲੱਗ ਪਿਆ, ਪ੍ਰਤੱਖ ਨਜ਼ਰ ਆਉਣ ਲੱਗ ਪਿਆ। ਅੰਦਰੋਂ ਜਿਨਕਾ ਮੂੰਹ ਟੁੱਟਾ, ਤਿਨਕਾ ਸ਼ਬਦ ਸੱਚੇ ਸਵਾਰਿਆ। ਸੱਚਾ ਸ਼ਬਦ ਜਿਹੜਾ ਹੈ, ਜਦੋਂ ਉਹ ਸਾਨੂੰ ਪ੍ਰਾਪਤ ਹੁੰਦਾ ਹੈ, ਉਹਦੇ ਨਾਲ ਅਸੀਂ ਜੁੜਦੇ ਹਾਂ, ਤੇ ਜਿਹੜੇ ਅੰਦਰਲੇ ਮੋਹ ਨੇ ਸਾਡੇ, ਦੁਨੀਆ ਦੇ ਨਾਲ ਮੋਹ, ਪਰਿਵਾਰ ਦੇ ਨਾਲ ਮੋਹ, ਰੁਪਈਏ ਪੈਸੇ ਦੇ ਨਾਲ ਮੋਹ, ਜ਼ਮੀਨ ਜਾਇਦਾਦ ਦੇ ਨਾਲ ਮੋਹ, ਇਹ ਜਿਹੜੀਆਂ ਅਟੈਚਮੈਂਟਸ ਨੇ, ਮਟੀਰੀਅਲਿਸਟਿਕ ਅਟੈਚਮੈਂਟਸ ਜਿਹੜੀਆਂ ਨੇ, ਇਹ ਖਤਮ ਹੋ ਜਾਂਦੀਆਂ ਨੇ ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਜੁੜਦੇ ਹਾਂ। ਕਿਉਂਕਿ ਗੁਰੂ ਦਾ ਸ਼ਬਦ ਸਾਨੂੰ ਅਸਲੀਅਤ ਦਿਖਾਉਂਦਾ ਹੈ। ਜੋ ਝੂਠੀਆਂ ਨੇ, ਜੋ ਝੂਠੇ ਪਿਆਰ ਨੇ, ਜੋ ਝੂਠਾ ਲਾਲਚ ਹੈ, ਉਹਦੇ ਤੋਂ ਸਾਨੂੰ ਸਤਿਗੁਰੂ ਦੀ ਬਾਣੀ ਦੂਰ ਕਰਦੀ ਹੈ। ਗੁਰ ਕਾ ਸ਼ਬਦ ਸੱਚੇ ਸਵਾਰਿਆ, ਤੇ ਮਹਾਰਾਜ ਕਹਿੰਦੇ ਨੇ ਕਹੇ ਨਾਨਕ ਇਹ ਆਨੰਦ ਹੈ। ਆਨੰਦ ਗੁਰ ਤੇ ਜਾਣਿਆ। ਇਹ ਗੁਰੂ ਤੋਂ ਆਨੰਦ ਜਿਹੜਾ ਮਿਲਿਆ, ਅਸਲੀ ਆਨੰਦ ਉਹ ਹੈ। ਤੇ ਬਾਕੀ ਆਨੰਦ ਜਿੱਥੇ ਅਸੀਂ ਵਰਤਦੇ ਹਾਂ ਅੱਖਰ, ਉਹ ਹੋਰ ਹੈ। ਉਹ ਕਿਤੇ ਨੀਵਾਂ ਹੈ, ਉਹ ਕਿਤੇ ਘੱਟ ਹੈ, ਉਹ ਕਿਸੇ ਗਿਣਤੀ 'ਚ ਆਉਂਦਾ ਹੀ ਨਹੀਂ। ਅਸਲੀ ਆਨੰਦ ਉਹ ਹੈ ਜੋ ਗੁਰੂ ਤੋਂ ਮਿਲਦਾ ਹੈ। ਇਸ ਹਫ਼ਤੇ ਜਿਹੜਾ ਇਹ ਪ੍ਰੋਗਰਾਮ IIGS ਦੇ ਪਲੇਟਫਾਰਮ ਤੇ ਆਪਾਂ ਸਾਰੇ ਜਿਹਦੇ 'ਚ ਜੁੜੇ ਹਾਂ, ਇੱਕ ਤੇ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਹਫ਼ਤੇ 'ਚ ਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਵੀ ਆਇਆ 25 ਤਰੀਕ ਨੂੰ। ਤੇ ਦੂਜੀ ਖੁਸ਼ੀ ਦੀ ਗੱਲ ਇਹ ਹੈ ਕਿ ਜਦੋਂ ਦਾ ਲੋਕਡਾਊਨ, ਜਦੋਂ ਦੀ ਸੋਸ਼ਲ ਡਿਸਟੈਂਸਿੰਗ,
ਜਿੱਦ ਕਰਕੇ ਅਸੀਂ ਆ ਜਾ ਨਹੀਂ ਸਕ ਰਹੇ, ਕਿਤੇ ਇਕੱਠੇ ਨਹੀਂ ਹੋ ਪਾ ਰਹੇ। ਸੋ ਪਿਛਲੇ ਸਾਲ ਇਹ ਸਤਿਗੁਰਾਂ ਨੇ ਸੋਚ ਬਖਸ਼ੀ IAGS ਪਰਿਵਾਰ ਨੂੰ ਕਿ ਕਿਉਂ ਨਾ ਆਪਾਂ ਆਨਲਾਈਨ ਸ਼ੁਰੂ ਕਰੀਏ, ਆਨਲਾਈਨ ਕੀਰਤਨ ਦਰਬਾਰ ਕਰਿਆ ਕਰੀਏ, ਆਨਲਾਈਨ ਸਮਾਗਮ ਹੋਣਾ ਚਾਹੀਦਾ ਹੈ। ਤੇ ਕਿਰਪਾ ਐਸੀ ਹੋਈ ਕਿ ਪਿਛਲੇ ਸਾਲ ਤੋਂ ਲੈ ਕੇ ਹਰ ਹਫਤੇ ਸੈਟਰਡੇ ਸ਼ਾਮ, ਜਿਹੜਾ ਕਿ USA ਦਾ ਟਾਈਮ ਹੈ ਤੇ ਇੰਡੀਆ ਦਾ ਉਸ ਵਕਤ ਸੰਡੇ ਮਾਰਨਿੰਗ ਟਾਈਮ ਹੁੰਦਾ ਹੈ, ਉਹਦੇ ਵਿੱਚ ਇਹ ਪ੍ਰੋਗਰਾਮ ਤਕਰੀਬਨ 1.5 ਘੰਟਾ ਪੌਣੇ 2 ਘੰਟੇ ਦਾ ਪ੍ਰੋਗਰਾਮ ਜਿਹੜਾ ਹੈ ਇਹ ਹਰ ਹਫਤੇ ਤੋਂ ਜਾਰੀ ਹੈ। ਤੇ ਇਹ ਜਿਹੜਾ ਦੀਵਾਨ ਆਪਾਂ ਅੱਜ ਜਿਹਦੇ 'ਚ ਜੁੜੇ ਆ, ਇਹ 52 ਸਮਾਗਮ ਹੈ IAGS ਦਾ, ਜੋ ਕਿ ਅਸੀਂ ਆਨਲਾਈਨ ਸ਼ੁਰੂ ਕੀਤਾ ਸੀ। ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ। ਜਿੱਥੇ ਸਾਡੀ ਥੋੜੀ ਜੀ ਸੰਗਤ ਹੁੰਦੀ ਸੀ, ਕਿਉਂਕਿ ਜਿਹੜਾ ਪਹੁੰਚ ਸਕਦਾ ਸੀ ਉਹ ਪਹੁੰਚਦਾ ਸੀ, ਜਿਹੜਾ ਨਹੀਂ ਪਹੁੰਚ ਸਕਦਾ ਸੀ ਨਹੀਂ ਸੀ ਪਹੁੰਚਦਾ। ਇੱਕ ਛੋਟੇ ਜਿਹੇ ਇਲਾਕੇ ਵਿੱਚ ਅਸੀਂ ਮਹਦੂਦ ਸਾਂ, ਉਹ ਹੁਣ ਇਲਾਕਾ ਐਡਾ ਵੱਡਾ ਹੋ ਗਿਆ ਕਿ ਸਾਰੀ ਦੁਨੀਆ ਦੀ ਪਹੁੰਚ ਉੱਥੋਂ ਤੱਕ ਆ ਗਈ। ਇਹ ਜਿਹੜਾ ਦੀਵਾਨ ਆਪਾਂ ਕਰਦੇ ਹਾਂ, ਇਹਦੇ 'ਚ ਸਾਰੀ ਦੁਨੀਆ ਤੋਂ ਲੋਕ ਇਕੱਠੇ ਹੁੰਦੇ ਨੇ, ਸੁਣਦੇ ਨੇ। ਜਿਹੜੇ ਉਸ ਵਕਤ ਲਾਈਵ ਨਹੀਂ ਸੁਣ ਸਕਦੇ ਉਹ YouTube ਤੇ ਸੁਣਦੇ ਹਨ। ਸੋ ਇਹ ਇੱਕ ਬਹੁਤ ਐਸੀ ਬਖਸ਼ਿਸ਼ ਕੀਤੀ ਮੇਰੇ ਸਤਿਗੁਰੂ ਨੇ, ਮੇਰੇ ਮਹਾਰਾਜ ਨੇ, ਕਿ ਇਹ 1 ਸਾਲ ਆਪਾਂ ਨੂੰ ਅੱਜ ਕੰਪਲੀਟ ਹੋਇਆ ਹੈ ਇਹ ਦੀਵਾਨ ਕਰਦਿਆਂ ਨੂੰ। ਤੇ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਵਿੱਚੋਂ ਇਹ ਸ਼ਬਦ, ਜੋ ਕਿ ਆਨੰਦ ਸਾਹਿਬ ਦੀ ਬਾਣੀ ਆਪਾਂ ਸਾਡੇ ਨਿਤਨੇਮ ਦੀ ਬਾਣੀ ਹੈ, ਉਹਦੇ ਵਿੱਚੋਂ ਇਹ ਸ਼ਬਦ ਰਾਮਕਲੀ ਰਾਗ ਵਿੱਚ ਹੀ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਗੁਰੂ ਅਮਰਦਾਸ ਮਹਾਰਾਜ ਤੋਂ ਜ਼ਿਆਦਾ ਕੋਈ ਕੀ ਜਾਣ ਸਕਦਾ ਹੈ। ਬਾਬਾ ਅਮਰਦਾਸ ਜੀ, ਜਿਨ੍ਹਾਂ ਦੀ ਤਕਰੀਬਨ 60 ਸਾਲ ਉਮਰ ਬੀਤ ਚੁੱਕੀ ਸੀ, ਤੀਰਥਾਂ ਤੇ ਜਾਂਦੇ ਸਨ, ਭਜਨ ਕੀਰਤਨ ਵੀ ਸੁਣਦੇ ਸਨ। ਜੋ ਵੀ ਉਸ ਵਕਤ ਲੋਕ ਧਾਰਮਿਕ ਕਾਰਜ ਕਰਦੇ ਸਨ ਉਹ ਸੁਣਦੇ ਸਨ, ਕਰਦੇ ਸਨ, ਪੂਰੇ ਨਿਭਾਉਂਦੇ ਸਨ। ਲੇਕਿਨ ਇੱਕ ਘਾਟ ਜਿਹੜੀ ਸੀ ਉਹ ਇਹ ਸੀ ਕਿ ਗੁਰੂ ਨਹੀਂ ਸੀ ਮਿਲਿਆ। ਤੇ ਇੱਕ ਬ੍ਰਹਮਚਾਰੀ ਸਾਧੂ ਦੇ ਨਾਲ ਦੋਸਤੀ ਹੋ ਗਈ, ਤੀਰਥਾਂ ਤੇ ਗਏ ਹੋਏ ਸਨ। ਉਹਨੇ ਇਤਨਾ ਪਿਆਰ ਪੈ ਗਿਆ, ਇੱਕ ਦਿਨ ਉਹਨੇ ਪੁੱਛ ਲਿਆ ਕਿ ਬਾਬਾ ਅਮਰਦਾਸ, ਤੇਰਾ ਗੁਰੂ ਕੌਣ ਹੈ? ਤੇਰਾ ਸੁਭਾਅ ਬੜਾ ਚੰਗਾ ਹੈ, ਬੜਾ ਧਾਰਮਿਕ ਬੰਦਾ ਹੈ, ਬੜੀ ਟਿਕੀ ਹੋਈ ਬਿਰਤੀ ਹੈ, ਤੇਰਾ ਗੁਰੂ ਕੌਣ ਹੈ? ਤੇ ਬਾਬਾ ਅਮਰਦਾਸ ਜੀ ਉਸ ਵਕਤ ਕਹਿੰਦੇ, ਜੀ ਲੱਭਦਾ ਪਿਆ, ਕੋਈ ਗੁਰੂ ਹਾਲ ਤੱਕ ਮਿਲਿਆ ਨਹੀਂ। ਉਸ ਸਾਧੂ ਨੂੰ ਉਸ ਵਕਤ ਇਤਨਾ ਗੁੱਸਾ ਚੜਿਆ, ਉਸੇ ਵੇਲੇ ਉੱਠ ਕੇ ਖੜਾ ਹੋ ਗਿਆ ਤੇ ਬਾਹਰ ਨਿਕਲ ਗਿਆ। ਕਬੋਲ ਬੋਲੇ, ਭੈੜੇ ਅੱਖਰ ਬੋਲੇ ਕਿ ਮੇਰਾ ਤੇ ਜੀਵਨ ਭ੍ਰਸ਼ਟ ਹੋ ਗਿਆ। ਨਿਗੁਰੇ ਦੇ ਨਾਲ ਮੈਨੂੰ ਸੰਗਤ ਕਰਨੀ ਪਈ, ਨਿਗੁਰੇ ਦੇ ਹੱਥ ਦਾ ਪੱਕਿਆ ਹੋਇਆ ਖਾਣਾ ਮੈਂ ਖਾਂਦਾ ਰਿਹਾ। ਇਹੋ ਜਿਹੇ ਕਬੋਲ ਬਹੁਤ ਬੋਲੇ, ਜੋ ਕਿ ਬਾਬਾ ਅਮਰਦਾਸ ਜੀ ਨੂੰ ਉਸ ਉਮਰ ਤਕਰੀਬਨ 60 ਸਾਲ ਦੀ ਉਮਰ ਹੈ ਤੇ ਬੜੇ ਚੁਭਦੇ ਸਨ, ਬੜਾ ਤਕਲੀਫ ਦੇ ਰਹੇ ਸਨ, ਬੜੀ ਪੀੜਾ ਕਰਦੇ ਸਨ। ਮਹਾਰਾਜ ਘਰ ਆ ਗਏ, ਪਰ ਮਨ ਵਿੱਚ ਉਹਦੀਆਂ ਉਹਦੀਆਂ ਗੱਲਾਂ ਬਾਰ-ਬਾਰ ਗੂੰਜ ਰਹੀਆਂ ਨੇ ਕਿ ਨਿਗੁਰੇ ਕਾ ਹੈ ਨਾਮ ਬੁਰਾ। ਤੇ ਦੇਖੋ, ਜਦੋਂ ਅਸੀਂ ਕੁਝ ਮੰਗਦੇ ਆ ਨਾ ਤੇ ਪਰਮੇਸ਼ਰ ਦਿੰਦਾ ਹੈ। ਕਹਿੰਦੇ ਆ ਨਾ, when the student is ready, teacher appears। ਜਦੋਂ ਸਿੱਖਣ ਵਾਲਾ ਤਿਆਰ ਹੋ ਜਾਂਦਾ ਨਾ, ਤਾਂ ਉਦੋਂ ਪਰਮੇਸ਼ਰ ਆਪਣੇ ਆਪ ਹੀ ਸਿਖਾਉਣ ਵਾਲਾ ਭੇਜ ਦਿੰਦਾ। ਜਦੋਂ ਮਨ ਵਿੱਚ ਵਿਆਕੁਲਤਾ ਹੈ ਕਿ ਗੁਰੂ ਬਣਾਉਣਾ ਹੈ, ਗੁਰੂ ਮਿਲੇ ਕੋਈ ਜਿਹੜਾ ਗਿਆਨ ਦੇਵੇ, ਮੈਂ ਵੀ ਗੁਰੂ ਵਾਲਾ ਬਣ ਜਾਵਾਂ, ਤੇ ਉਦੋਂ ਫਿਰ ਘਰ ਦੀ ਨੂੰਹ ਰਾਣੀ, ਇਹਨਾਂ ਦੇ ਛੋਟੇ ਭਰਾ ਦੀ ਨੂੰਹ ਰਾਣੀ ਬੀਬੀ ਅਮਰੋ, ਜੋ ਕਿ ਗੁਰੂ ਅੰਗਦ ਦੇਵ ਮਹਾਰਾਜ ਦੀ ਬੇਟੀ ਸੀ, ਉਹਨਾਂ ਦੇ ਮੂੰਹ ਤੋਂ ਇਹਨਾਂ ਨੇ ਬਾਣੀ ਸੁਣੀ। ਅੰਮ੍ਰਿਤ ਵੇਲੇ ਨਾਲੇ ਦੁੱਧ ਰਿੜਕ ਰਹੇ ਸਨ, ਨਾਲੇ ਉੱਚੀ ਉੱਚੀ ਸ਼ਬਦ ਪੜ੍ਹ ਰਹੇ ਸਨ। ਤੇ ਜਦੋਂ ਬਾਬਾ ਅਮਰਦਾਸ ਜੀ ਨੇ ਸੁਣੀ ਬਾਣੀ ਤੇ ਸਿੱਧੀ ਦਿਲ ਤੇ ਜਾ ਕੇ ਅਸਰ ਕੀਤੀ, ਜਿਵੇਂ ਮਨ ਟਿਕਿਆ ਹੋਇਆ ਸੀ, ਜਿਹੜਾ ਮਨ
ਪਹਿਲਾਂ ਬਹੁਤ ਦਰਦ ਵਿੱਚ ਸੀ, ਉਸ ਸਾਧੂ ਦੀਆਂ ਗੱਲਾਂ ਤੋਂ ਉਹ ਮਨ ਹੁਣ ਟਿਕਣ ਲੱਗ ਪਿਆ, ਮਨ ਨੂੰ ਸਵਾਦ ਆਉਣ ਲੱਗ ਪਿਆ, ਮਨ ਨੂੰ ਸ਼ਾਂਤੀ ਮਿਲਣ ਲੱਗ ਪਈ ਤੇ ਰਹਿ ਨਾ ਸਕੇ। ਪਹੁੰਚ ਗਏ ਬੀਬੀ ਅਮਰੋ ਜੀ ਕੋਲ। ਕਹਿੰਦੇ ਬੱਚੀਏ ਇਹ ਕੀ ਗਾ ਰਹੀ ਸੈਂ ਤੂੰ, ਇਹ ਕੀ ਪੜ੍ਹਦੀ ਪਈ ਸੀ? ਮੈਨੂੰ ਬੜਾ ਆਨੰਦ ਆਇਆ, ਬੜਾ ਸਵਾਦ ਆਇਆ। ਤੇ ਉਹਨਾਂ ਨੇ ਕਿਹਾ ਜੀ ਇਹ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਹੈ, ਗੁਰੂ ਅੰਗਦ ਦੇਵ ਮਹਾਰਾਜ ਦੀ ਬਾਣੀ ਹੈ, ਜੋ ਕਿ ਤੁਹਾਡੇ ਕੁੜਮ ਲੱਗਦੇ ਨੇ, ਮੇਰੇ ਪਿਤਾ ਜੀ ਨੇ। ਸਾਖੀ ਲੰਬੀ ਹੈ, ਆਪਾਂ ਸਾਰਿਆਂ ਨੇ ਸੁਣੀ ਹੈ ਕਿ ਮਹਾਰਾਜ ਉਸ ਵਕਤ ਬੀਬੀ ਅਮਰੋ ਨੂੰ ਲੈ ਕੇ ਚਲੇ ਗਏ। ਕਹਿੰਦੇ ਬੱਚੀਏ ਮੈਨੂੰ ਦਰਸ਼ਨ ਕਰਾ ਦੇ। ਚਲੇ ਗਏ। ਮਹਾਰਾਜ ਦਾ ਦੀਵਾਨ ਲੱਗਾ ਸੀ। ਬੱਚੀ ਬੀਬੀ ਅਮਰੋ ਜੀ ਨੇ ਕਿਹਾ ਕਿ ਪਿਤਾ ਜੀ ਤੁਸੀਂ ਇੱਥੇ ਵੇਟ ਕਰੋ ਬਾਹਰ, ਕਿਉਂਕਿ ਕੁੜਮਾਚਾਰੀ ਸੀ, ਇਹ ਮੁੰਡੇ ਵਾਲੇ ਸਨ, ਗੁਰੂ ਅੰਗਦ ਦੇਵ ਮਹਾਰਾਜ ਕੁੜੀ ਵਾਲੇ ਸਨ। ਤੇ ਪ੍ਰੋਟੋਕਾਲ ਹੁੰਦੀ ਹੈ ਨਾ ਫੋਲੋ ਕਰਨ ਵਾਲੀ, ਕਿ ਹਾਂ ਜੋ ਆਦਰ ਜੋ ਸਤਕਾਰ ਮਿਲਣਾ ਚਾਹੀਦਾ ਹੈ ਉਹ ਮਿਲਣਾ ਚਾਹੀਦਾ ਹੈ। ਉਹਨਾਂ ਨੂੰ ਦਰਵਾਜ਼ੇ ਤੇ ਖੜੇ ਕਰਕੇ ਤੇ ਬੀਬੀ ਅਮਰੋ ਜਦੋਂ ਅੰਦਰ ਗਏ ਨੇ ਤੇ ਗੁਰੂ ਅੰਗਦ ਦੇਵ ਮਹਾਰਾਜ ਜਾਣੀ ਜਾਣ ਨੇ ਸਤਿਗੁਰੂ ਕਹਿੰਦੇ ਬੱਚੀਏ ਜਿਨ੍ਹਾਂ ਨੂੰ ਬਾਹਰ ਖੜਾ ਕਰਕੇ ਆਇਆ ਉਹਨਾਂ ਨੂੰ ਲੈ ਕੇ ਆਓ। ਤੇ ਮਹਾਰਾਜ ਆਪ ਸਿੰਘਾਸਨ ਤੋਂ ਖੜੇ ਹੋ ਕੇ ਦਰਵਾਜ਼ੇ ਤੱਕ ਪਹੁੰਚੇ ਤੇ ਮਹਾਰਾਜ ਨੇ, ਗੁਰੂ ਅੰਗਦ ਦੇਵ ਮਹਾਰਾਜ ਨੇ ਆਪਣੀਆਂ ਬਾਹਾਂ ਖੋਲੀਆਂ ਕਿ ਗਲੇ ਨਾਲ ਲਾਈਏ, ਕੁੜਮ ਆਏ ਨੇ। ਤੇ ਗੁਰੂ ਅਮਰਦਾਸ ਮਹਾਰਾਜ ਜੋ ਕਿ ਉਸ ਵਕਤ ਬਾਬਾ ਅਮਰਦਾਸ ਜੀ ਸਨ, ਗੁਰੂ ਗੱਦੀ ਤਾਂ ਨਹੀਂ ਸੀ ਮਿਲੀ ਉਸ ਵਕਤ, ਉਹਨਾਂ ਨੇ ਕਿਹਾ ਨਹੀਂ ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਅੱਜ ਮੈਂ ਦਾਸ ਬਣ ਕੇ ਆਇਆ, ਸਿੱਖੀ ਦੀ ਦਾਤ ਮੇਰੀ ਝੋਲੀ ਚ ਪਾ ਦਿਓ। ਉਸ ਦਿਨ ਤੋਂ ਬਾਅਦ ਕਰੜੀ ਸੇਵਾ, ਐਸੀ ਸੇਵਾ ਜੋ ਕਿ ਅੱਜ ਕੱਲ ਦੇ ਜਵਾਨ ਵੀ ਨਹੀਂ ਕਰ ਸਕਦੇ, ਉਹਨਾਂ ਨੇ 61 ਇਅਰਸ ਤੋਂ ਬਾਅਦ ਸ਼ੁਰੂ ਕੀਤੀ ਤੇ 12 ਸਾਲ ਲਗਾਤਾਰ ਕੀਤੀ। ਲੰਗਰ ਵਿੱਚ ਬਰਤਨ ਮਾਂਜਣੇ ਤੇ ਸਭ ਤੋਂ ਵੱਡੀ ਜਿਹੜੀ ਸੇਵਾ ਸੀ ਉਹ ਮਹਾਰਾਜ ਸਵੇਰੇ ਸਵੇਰੇ ਉੱਠ ਕੇ, ਹਾਲੇ ਸੂਰਜ ਨਹੀਂ ਸੀ ਚੜ੍ਹਿਆ ਹੁੰਦਾ, ਤੇ ਗਾਗਰ ਲੈ ਕੇ ਬਿਆਸ ਦਰਿਆ ਤੱਕ ਜਾਂਦੇ ਸਨ। ਉੱਥੋਂ ਪਾਣੀ ਦੀ ਗਾਗਰ ਭਰ ਕੇ ਤੇ ਉਹ ਲੈ ਕੇ ਆਉਂਦੇ ਸਨ ਤੇ ਮਹਾਰਾਜ ਦਾ ਇਸ਼ਨਾਨ ਕਰਾਉਂਦੇ ਸਨ। ਇਹ ਉਹਨਾਂ ਦਾ ਨੇਮ। 12 ਸਾਲ ਲਗਾਤਾਰ ਇੱਕ ਕਰੜੀ ਤਪੱਸਿਆ ਕੀਤੀ ਹੈ। ਦੇਖੋ ਜਿਸ ਉਮਰ 'ਚ ਬੰਦਾ ਦੇਖਦਾ ਹੈ ਕਿ ਮੇਰੀ ਕੋਈ ਸੇਵਾ ਕਰੇਗਾ, ਉਸ ਵਿੱਚ ਉਹਨਾਂ ਨੇ ਇਹ ਸੇਵਾ ਕੀਤੀ ਹੈ। ਔਰ ਸੇਵਾ ਦੇ ਵੱਲ ਦੇ ਦੇਖੀਏ ਗੁਰੂ ਅਮਰਦਾਸ ਮਹਾਰਾਜ ਦੇ, ਤੇ ਉਹਨਾਂ ਦਾ ਕੋਈ ਸਾਨੀ ਨਜ਼ਰ ਨਹੀਂ ਆਉਂਦਾ। ਲੰਮੀ ਸਾਖੀ ਹੈ, ਆਪਣੇ ਕੋਲ ਇਤਨਾ ਸਮਾਂ ਨਹੀਂ ਹੈ। ਸੋ ਉਹ ਸੇਵਾ, ਉਹ ਜੁਲਾਹੀ ਦੀ ਖੱਡੀ ਵਿੱਚ ਡਿੱਗਣਾ, ਜੁਲਾਹੀ ਦਾ ਮਿਹਣਾ ਮਾਰਨਾ ਤੇ ਮਹਾਰਾਜ ਦੇ ਮੂੰਹ ਚੋਂ ਸੁੱਤੇ ਸਿੱਧੀ ਨਿਕਲ ਜਾਣਾ, ਕਮਲੀਏ ਤੈਨੂੰ ਕੀ ਪਤਾ ਗੁਰੂ ਦੀ ਕਲਾ ਤੂੰ ਕੀ ਜਾਣੇ, ਤੇ ਉਹਦਾ ਕਮਲੀ ਹੋ ਜਾਣਾ। ਫਿਰ ਦਰਬਾਰ ਵਿੱਚ ਉਹਦਾ ਪੇਸ਼ ਹੋਣਾ ਤੇ ਫਿਰ ਗੁਰੂ ਮਹਾਰਾਜ ਨੂੰ ਵਰ ਮਿਲਣੇ। ਕਹਿੰਦੇ ਸੀ ਤੂੰ ਕਹਿੰਦੀ ਏ ਅਮਰੂ ਨਿਥਾਵਾਂ, ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਇਹ ਤਾਂ ਨਿਥਾਵਿਆਂ ਦਾ ਥਾਂ ਹੈ, ਇਹ ਤਾਂ ਨਿਮਾਣਿਆਂ ਦਾ ਮਾਣ ਹੈ, ਨਿਓਟਿਆਂ ਦੀ ਓਟ ਹੈ, ਨਿਆਸਰਿਆਂ ਦੇ ਆਸਰਾ ਹੈ। ਬਹੁਤ ਸਾਰੇ ਵਰ ਦਿੱਤੇ ਮਹਾਰਾਜ ਨੇ। ਤੇ ਉਹ ਸਿੱਖ, ਵੱਡੀ ਉਮਰ ਵਾਲੇ ਸਿੱਖ ਤੇ ਸੇਵਾ ਕਰਦੇ ਹੋਏ ਸਤਿਗੁਰੂ ਬਾਬਾ ਅਮਰਦਾਸ ਜੀ ਨੂੰ ਗੁਰਗੱਦੀ ਪ੍ਰਾਪਤ ਹੋਈ ਵੱਡੀ ਉਮਰ ਦੇ ਵਿੱਚ। ਤੇ ਐਸੀ ਸੇਵਾ ਤੇ ਐਸਾ ਜੀਵਨ ਉਹਨਾਂ ਦਾ ਜਿਹਦੀ ਆਪਾਂ ਵਿਚਾਰ ਕਰਦੇ ਹਾਂ। ਬਹੁਤ ਕੁਝ ਹੈ ਸਿੱਖਣ ਵਾਸਤੇ ਸਿੱਖ ਇਤਿਹਾਸ ਵਿੱਚੋਂ, ਗੁਰੂ ਇਤਿਹਾਸ ਵਿੱਚੋਂ। ਸੋ ਅੱਜ ਜਿੱਥੇ ਅਸੀਂ IIGS ਦੇ ਇਹਨਾਂ ਆਨਲਾਈਨ ਸਮਾਗਮਾਂ ਦੀ ਪਹਿਲੀ ਸਾਲਗਿਰਾ ਮਨਾ ਰਹੇ ਹਾਂ, ਉੱਥੇ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਵਿੱਚੋਂ ਆਪਾਂ ਉਹਨਾਂ ਦੀ ਸੋਚ ਦੇ ਦਰਸ਼ਨ ਕੀਤੇ ਨੇ। ਮਹਾਰਾਜ ਕੀ ਸਾਨੂੰ ਸਮਝਾਉਂਦੇ ਨੇ ਉਹਦੇ ਦਰਸ਼ਨ ਕੀਤੇ ਨੇ। ਤੇ ਆਓ ਕੁਝ ਹੀ ਮਿੰਟਾਂ ਦੇ ਵਿੱਚ ਆਪਾਂ ਇੱਕ ਛੋਟਾ ਜਿਹਾ ਸ਼ਬਦ ਪੱਟਾਂ ਦੇ ਸਵਈਆਂ ਦੇ ਵਿੱਚੋਂ, ਜੋ ਕਿ ਗੁਰੂ ਅਮਰਦਾਸ ਮਹਾਰਾਜ ਦੀ ਉਸਤਤ ਦੇ ਵਿੱਚ ਉਹਨਾਂ ਨੇ ਉਚਾਰਿਆ, ਉਸ ਸ਼ਬਦ ਦੇ ਨਾਲ ਜੁੜਦੇ ਹਾਂ। तेरी उपमा तो
तोए बन आवे, तेरी उपमा तोए बन आवे। पल्ले अमरदास गुण तेरे, पल्ले अमरदास गुण तेरे, तेरी उपमा तोहे बन आवे, 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 तेरी उपमा तोहे बन आवे। कन हर बूंद बसो रोमावल, कुसुम बसंत अनंत नायावे। राव सस उदर सागर को, राव सस किरण उदर सागर को, गंग तरंग अंत को भावे, तेरी उपमा तोए बन आवे, तेरी उपमा तोए बन आवे, तेरी उपमा तोए बन आवे, तेरी उपमा तोए बन आवे। रुद्रे ध्यान ज्ञान सतगुर के, रुद्रे ध्यान ज्ञान सतगुर के, तब जन फल उन्हें जो गावे, तेरी उपमा तोए बन आवे, तेरी उपमा तोहे बन आवे, तेरी उपमा तोहे बन आवे, तेरी उपमा तोहे बन आवे। पल्ले अमरदास गुण तेरे, पल्ले अमरदास गुण तेरे, तेरी उपमा तोए बन आवे, 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 तेरी उपमा तोहे बन आवे। एक खुशी दी गल हो रही कि भाई स्वरण सिंह जी जो कि कोविड-19 दी बीमारी भी आई, कुछ दिन हॉस्पिटल भी रह के आए, पर गुरु महाराज का इतना शुक्र है कि महाराज ने आप हथ दे के रख्या की, आप अपने सेवक दी पैज रखी
अपने सेवक की आपे राखे, आपे नाम जपावे, जह जह काज किरत सेवक की, तहां तहां उठतावे, सेवक को निकटी होए दिखावे। निकट होके सतगुरु ने आप अपना हाथ दे के रखिया की, सारे परिवार ते मेहर की। परिवार विच सारिਆਂ ਨੂੰ हो गया सी। महाराज ने आप मुश्किल समा भी बख्शिया, लेकिन मुश्किल दे विच सहायता भी की, अपना ओट आसरा भी बख्शिया। सो गुरु महाराज का कोटान कोट शुक्र है, असी भी ज्यों अप्रैल के महीने विसाखी वाले दिन तो बाद अज भाऊ जी के दर्शन कर सके हैं। सोशल डिस्टेंस मेनटेन करते पे सी। सतगुरु मेहर करन, किरपा करन, सारे ही संसार ते अपना मेहर भरिया हथ रखन। ये जो इस वक्त कलयुग वरत रहा है, ये महामारी जो वरत रही है, सतगुरु आप अपना मेहर भरिया हथ दे के सारियां नूं इस समस्या चों, इस मुसीबत विचों कढण। ये अपनी सारियां दी अरदास है। जगत जलंदा रख लै अपनी किरपा धार, जित द्वारे उभरे तित्ते लिहो उबार। सतगुर सुख विखालिया सच्चा शब्द विचार, नानक अवर ना सूझई हर बिन बख्शनहार। नानक अवर ना सूझई हर बिन बख्शनहार। वाहिगुरु जी का खालसा, वाहिगुरु